ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੇ ਕੋਲ ਮੇ ਵੀ ਫੇਸਬੁੱਕ ਮੈਸੇਜ ਆਏ ਹੋਣਗੇ। ਹਾਂਜੀ ਵੀਰ ਗੁਰਤਾਜ ਸਿੱਧੂ, ਅਨੀਸ ਸੱਤੀ, ਸੁੱਖੀ ਪੰਨੂ, ਬਲਿਹਾਰ ਸਿੰਘ ਕੰਗ, ਰਣਜੀਤ ਸਿੰਘ ਸੇਖੋਂ, ਸਤਨਾਮ ਸਿੰਘ ਕੰਦੋਲਾ, ਸੁੱਖੀ ਪੰਨੂ, ਫੇਰ ਜੁਝਾਰ ਵਿਰਕ ਸਿੰਘ ਸਾਹਿਬ, ਰਾਜਾ ਮੁਸਤਫਾ, ਇਹਨਾਂ ਸਾਰਿਆਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਜੀ। ਇਹਨਾਂ ਨੇ ਜਿੱਥੇ ਖਾਲਿਸਤਾਨ ਜ਼ਿੰਦਾਬਾਦ ਉੱਥੇ ਸਭ ਨੂੰ ਸਾਂਝੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਮੈਂ ਕੋਸ਼ਿਸ਼ ਕਰਾਂਗਾ ਕਿ ਵੀ ਅਸੀਂ ਆਪਣੇ ਭੈਣ ਜੀ ਅਮਨਜੋਤ ਕੌਰ ਦੀ ਈਮੇਲ ਦਾ ਲਾਸਟ ਜਿਹੜਾ ਹਿੱਸਾ ਹੈ ਉਸ ਨੂੰ ਮੁਕੰਮਲ ਕਰ ਸਕੀਏ ਜੀ। ਹੋ ਸਕਦਾ ਮੈਂ ਥੋੜਾ ਬਰੀਫ ਚ ਰਵਾਂ, ਲੇਕਿਨ ਅਸੀਂ ਉਹਨਾਂ ਦੀ ਲਿਖਤ ਜਿਵੇਂ ਉਹਨਾਂ ਨੇ ਪੂਰੇ ਪੈਸ਼ਨ ਨਾਲ ਔਰ ਫੈਕਟਸ ਆਧਾਰਿਤ ਲਿਖੀ, ਅਸੀਂ ਉਹਦੇ ਨਾਲ ਇਨਸਾਫ ਕਰਨ ਦੀ ਕੋਸ਼ਿਸ਼ ਕੀਤੀ ਔਰ ਅਸੀਂ ਭੈਣ ਜੀ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਜੀ। ਜਿੱਥੇ ਅਸੀਂ ਕੱਲ ਛੱਡਿਆ ਸੀ ਉਹਦੇ ਤੋਂ ਉਹਨਾਂ ਨੇ ਅੱਗੇ ਲਿਖਿਆ, ਬਿਫੋਰ ਬੈਸ਼ਿੰਗ ਡਾਊਨ ਪੀਪਲ ਔਰ ਲਿਵਿੰਗ ਲਾਈਕ ਐਨ ostrich with head dug deep in the sand, face the mirror, face the truth, connect dots of past and present, and see what so-called brotherly Hindus and Indian state have been up against your Sikh brethren and entire Sikh qawm and its ਇਤਿਹਾਸ। ਸ਼ੁਤਰਮੁਰਗ ਬਾਰੇ ਮਸ਼ਹੂਰ ਹੈ ਵੀ ਸ਼ੁਤਰਮੁਰਗ ਜਿਹੜਾ ਉਹ ਆਪਣਾ ਕਈ ਵਾਰੀ ਚੁੰਝ ਡੀਪ ਉਹਦੇ ਸੈਂਡ ਦੇ ਵਿੱਚ, ਰੇਤੇ 'ਚ ਵੱਟ ਕੇ ਬਹਿ ਜਾਂਦਾ ਔਰ ਜਦੋਂ ਕਿਸੇ ਨੂੰ ਕਹਿਣਾ ਹੋਏ ਕਿ ਵੀ ਜਿਹੜਾ ਅੱਖਾਂ ਖੋਲ ਕੇ ਦੇਖ ਨਹੀਂ ਰਿਹਾ ਚਾਰ ਚੁਫੇਰੇ, ਉਹ ਕਹਿੰਦਾ ਵੀ ਤੂੰ ਸ਼ੁਤਰਮੁਰਗ ਵਾਂਗੂ ਆਪਣਾ ਜਿਹੜਾ ਸਿਰ ਵਿੱਚ ਡੁੱਬਿਆ ਹੋਇਆ ਰੇਤੇ ਦੇ। ਸੋ ਇਹੀ ਉਹਨਾਂ ਨੇ ਭੈਣ ਜੀ ਨੇ ਯੂਜ਼ ਕੀਤਾ। ਉਹਨਾਂ ਨੇ ਕਿਹਾ ਕਿ ਵੀ ਤੁਸੀਂ ਜੋ ਕੁਝ ਵਾਪਰਿਆ ਆਪਣੇ ਲੋਕਾਂ ਨੂੰ ਹੀ ਉਸ ਦੇ ਲਈ ਜਿਹੜਾ ਕਸੂਰਵਾਰ ਦੱਸਣ ਦੀ ਬਜਾਏ ਆਪਣਾ ਜਿਹੜਾ ਤੁਸੀਂ ਇਹ ਸ਼ੁਤਰਮੁਰਗ ਵਾਂਗ ਜਿਹੜਾ ਸਿਰ ਡੀਪ ਡੱਗ ਕੀਤਾ ਹੋਇਆ ਸੈਂਡ 'ਚ, ਵਿੱਚੋਂ ਨਿਕਲੋ, ਸ਼ੀਸ਼ੇ ਦੇ ਸਾਹਮਣੇ ਆ ਕੇ ਆਪਣੀ ਸ਼ਕਲ ਦੇਖੋ, ਫੇਸ ਦਾ ਟਰੂਥ, ਸੱਚ ਦਾ ਸਾਹਮਣਾ ਕਰੋ, ਬੀਤੇ ਦੇ ਔਰ ਹੁਣ ਦੇ ਜਿਹੜੇ ਮਿਸਿੰਗ ਲਿੰਕ ਨੇ ਉਹਨਾਂ ਨੂੰ ਦੇਖੋ ਔਰ ਫਿਰ ਦੇਖੋ ਜਿਨ੍ਹਾਂ ਨੂੰ ਤੁਸੀਂ ਭਰਾ ਆਪਣੇ ਕਹਿੰਦੇ ਹੋ, ਹਿੰਦੂ ਭਰਾ, ਬ੍ਰਦਰਲੀ ਹਿੰਦੂਸ ਤੇ ਇੰਡੀਅਨ ਸਟੇਟ, ਉਹਨਾਂ ਨੇ ਤੁਹਾਡੇ ਭਰਾਵਾਂ ਭੈਣਾਂ ਦੇ ਨਾਲ ਕੀ ਕੀਤਾ, ਸਾਰੀ ਸਿੱਖ ਕੌਮ ਨਾਲ ਕੀ ਕੀਤਾ ਔਰ ਸਾਡੇ ਇਤਿਹਾਸ ਨਾਲ ਕੀ ਕੀਤਾ ਜੀ। ਵੀ ਡੂ ਨਾਟ ਯੂਜ਼ ਜੈਨੋਸਾਈਡ ਵਰਡ ਫॉर ਨਥਿੰਗ। ਅਸੀਂ ਐਵੇਂ ਨਹੀਂ ਇਹ ਨਸਲਕੁਸ਼ੀ ਸ਼ਬਦ ਇਸਤੇਮਾਲ ਕਰਦੇ। ਵੀ ਯੂਜ਼ ਇਟ ਬਿਕੋਜ਼ ਇਟ ਵਾਜ਼ ਇਨਡੀਡ ਏ ਜੈਨੋਸਾਈਡ ਐਂਡ ਇੰਡੀਅਨ ਸਟੇਟ ਵਾਂਟਡ ਟੂ ਡੂ ਟੂ ਅਸ what Hitler wanted to do the Jews। ਇਹ ਇਸ ਲਈ ਨਸਲਕੁਸ਼ੀ ਹੈ ਕਿ ਇੰਡੀਅਨ ਸਟੇਟ ਸਾਡਾ ਉਹੀ ਹਸ਼ਰ ਕਰਨਾ ਚਾਹੁੰਦੀ ਸੀ ਜਾਂ ਕਰ ਰਹੀ ਸੀ ਜੋ ਕਿ ਹਿਟਲਰ ਨੇ ਯਹੂਦੀਆਂ ਦਾ ਕੀਤਾ ਸੀ। If some Sikhs think that law-abiding loyal Sikhs are spared by their so-called Hindu brothers, then they must remember how mobs had come after President Zail Singh himself। ਔਰ ਜਿਹੜੇ 에ਅਰ ਚੀਫ ਮਾਰਸ਼ਲ ਅਰਜਨ ਸਿੰਘ, ਜਨਰਲ ਜਗਜੀਤ ਸਿੰਘ ਅਰੋੜਾ ਐਂਡ ਖੁਸ਼ਵੰਤ ਸਿੰਘ ਆਲਸੋ ਇਨ 1984, ਜਿਹੜੇ ਆਪਣੇ ਆਪ ਨੂੰ ਸਮਝਦੇ ਨੇ ਜੀ ਅਸੀਂ ਤਾਂ ਬੜੇ ਕਾਨੂੰਨ ਨੂੰ ਮੰਨਣ ਵਾਲੇ ਸਿੱਖ ਹੈ, ਸਾਨੂੰ ਕੀ ਵਾਪਰਨਾ ਸੀ, ਉਹ ਇਹ ਦੇਖਣਗੇ ਵੀ ਇਹਨਾਂ ਦੇ ਜਿਹੜੇ ਅਖੌਤੀ ਹਿੰਦੂ ਭਰਾ ਬਣੇ ਹੋਏ ਨੇ ਉਹਨਾਂ ਦੀਆਂ ਭੀੜਾਂ ਨੇ ਆ ਕੇ ਕਿਵੇਂ ਈਵਨ ਪ੍ਰੈਜ਼ੀਡੈਂਟ ਜ਼ੈਲ ਸਿੰਘ, 에ਅਰ ਚੀਫ ਮਾਰਸ਼ਲ ਅਰਜਨ ਸਿੰਘ, ਜਗਜੀਤ ਸਿੰਘ ਅਰੋੜਾ ਤੇ ਖੁਸ਼ਵੰਤ ਸਿੰਘ ਨੂੰ ਵੀ ਮਾਫ ਨਹੀਂ ਕੀਤਾ। ਇਫ ਸਿੱਖਸ ਥਿੰਕ ਏ ਵੈਲ ਬਿਹੇਵਡ ਬੂਟਲਿਕਿੰਗ ਸਿੱਖ ਵਿਲ ਬੀ ਸਪੇਅਰਡ ਔਰ ਰਿਸਪੈਕਟਡ, ਦੈਨ ਦੇ ਆਰ ਕਿਡਿੰਗ ਦੈਮਸੈਲਵ। ਕਿ ਜੇ ਸਿੱਖ ਇਹ ਸਮਝਦੇ ਨੇ ਕਿ ਜੇ ਉਹ ਬਹੁਤ ਚੰਗੀ ਤਰ੍ਹਾਂ ਬਿਹੇਵ ਕਰਨ, ਇਹਨਾਂ ਦੀਆਂ ਜੁੱਤੀਆਂ ਚੰਗੀ ਤਰ੍ਹਾਂ ਚੱਟਣ, ਬਹੁਤ ਭਾਰਤ ਮਾਤਾ ਦੀ ਜੈ ਕਰਨ, ਫਿਰ ਉਹ ਬਚ ਜਾਣਗੇ, ਫਿਰ ਉਹ ਆਪਣੇ ਆਪ ਨੂੰ ਮੂਰਖ ਬਣਾ ਰਹੇ ਨੇ। ਕੈਨ ਦੇ ਨਾਟ ਸੀ ਹਾਊ ਮਨਮੋਹਨ ਸਿੰਘ ਵਾਸ ਬਲੇਮਡ ਫॉर ਆਲ ਦ ਥਿੰਗਸ ਦੈਟ ਵੈਂਟ ਰੋਂਗ ਅੰਡਰ UPA ਰੂਲ ਬਟ ਨੈਵਰ ਗਿਵਨ ਐਨੀ ਕ੍ਰੈਡਿਟ, ਐਂਡ ਸਮਥਿੰਗ ਗੁੱਡ ਹੈਪਨਡ ਦੇ ਸੈਡ ਹੀ ਵਾਸ ਨਾਟ ਰਿਸਪੋਂਸੀਬਲ ਸਿੰਸ ਹੀ ਵਾਸ ਏ ਪਪਟ PM। ਕਹਿੰਦੇ ਤੁਸੀਂ ਮਨਮੋਹਨ ਸਿੰਘ ਦਾ ਹਸ਼ਰ ਨਹੀਂ ਦੇਖਿਆ ਕਿ ਜੇ ਕੁਛ ਵੀ ਮਾੜਾ ਹੋਇਆ ਸਰਕਾਰ 'ਚ ਤਾਂ ਸਾਰਾ ਮਨਮੋਹਨ ਸਿੰਘ ਦੇ ਖਾਤੇ 'ਚ ਪਾਇਆ, ਤੇ ਜੇ ਕੁਝ ਚੰਗਾ ਉਹਨੇ ਕੀਤਾ ਤਾਂ ਫਿਰ ਉਹਨੂੰ ਕ੍ਰੈਡਿਟ ਦੇਣ ਦੀ ਬਜਾਏ ਕਿਹਾ ਵੀ ਉਹ ਤਾਂ ਸੋਨੀਆ ਗਾਂਧੀ ਦੇ ਹੱਥਾਂ 'ਚ ਇੱਕ ਕਠਪੁਤਲੀ ਹੈ, ਉਹ ਤਾਂ ਕਠਪੁਤਲੀ ਪ੍ਰਾਈਮ ਮਿਨਿਸਟਰ। ਕੈਨ ਦੇ ਨਾਟ ਸੀ ਹਾਊ ਸਰਦਾਰ ਜੋਕਸ ਵਰ ਕਰੈਕਟ ਐਟ ਮਨਮੋਹਨ ਸਿੰਘ ਅਟੈਕਿੰਗ ਹਿਜ਼ ਰਿਲੀਜਨ ਐਂਡ ਆਈਡੈਂਟੀਟੀ ਈਵਨ ਵੈਨ ਹੀ ਵਾਜ਼ ਸੋ ਕਾਲਡ ਪ੍ਰਾਈਮ ਮਿਨਿਸਟਰ ਆਫ ਇੰਡੀਆ। ਕਿ ਵੀ ਜਦੋਂ ਈਵਨ ਭਾਰਤ ਦਾ ਪ੍ਰਧਾਨ ਮੰਤਰੀ ਸੀ, ਸਿੱਖਾਂ ਬਾਰੇ ਜਿਹੜੇ ਲਤੀਫੇ ਨੇ ਉਹ ਕਿਵੇਂ ਹੱਸ ਕੇ ਸੁਣਾਏ ਜਾਂਦੇ ਸੀ। ਹੈਵ ਸਿੱਖਸ ਐਵਰ ਸੀਨ any other PM's identity and religion being attacked like this the way ਮਨਮੋਹਨ ਸਿੰਘ was? ਕਿ ਪਹਿਲਾਂ ਜਿਹੜੇ ਪ੍ਰਧਾਨ ਮੰਤਰੀ ਹੋਏ ਨੇ ਕਦੇ ਉਹਨਾਂ ਦਾ ਇਵੇਂ ਮਜ਼ਾਕ ਉਡਾਇਆ ਗਿਆ? How can Sikhs believe the Sikh president, Sikh PM facade of India? ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਤੁਸੀਂ ਕਿਵੇਂ ਕਹੋਗੇ ਜੀ ਇਹ ਸਿੱਖ ਪ੍ਰੈਜ਼ੀਡੈਂਟ ਸੀ ਤੇ ਸਿੱਖ ਫਲਾਣਾ ਸੀ, ਇਹ ਤਾਂ ਐਵੇਂ ਇੱਕ ਟਕਵੰਜ ਖੜਾ ਕੀਤਾ ਹੋਇਆ। Today's Sikhs are so brainwashed and mentally enslaved that they have developed Stockholm syndrome towards Hindus and Indian state। ਇਹ ਇਨਫੈਕਟ 1973 ਦੇ ਵਿੱਚ ਇੱਕ ਮਾਨਸਿਕ ਸਾਈਕੋਲੋਜੀਕਲ ਕੰਡੀਸ਼ਨ ਨੂੰ ਸਟਾਕਹੋਮ ਸਿੰਡਰੋਮ ਕਿਹਾ ਗਿਆ, ਜਿਹਦੇ 'ਚ ਜਿਹੜਾ ਤੁਹਾਨੂੰ ਕੈਪਚਰ ਕਰਦਾ ਹੈ, ਜਿਹਨੇ ਤੁਹਾਨੂੰ ਕੈਦੀ ਬਣਾਇਆ, ਤੁਹਾਨੂੰ ਟੌਰਚਰ ਕਰਦਾ ਹੈ, ਤੁਹਾਡੇ ਨਾਲ ਬਦਸਲੂਕੀ ਕਰਦਾ ਹੈ,
ਕੁਛ ਸਮਾਂ ਪਾ ਕੇ ਤੁਸੀਂ ਉਹਦੇ ਨਾਲ ਹੀ ਹਮਦਰਦੀ ਕਰਨ ਲੱਗ ਜਾਂਦੇ ਹੋ, ਉਹਨੂੰ ਹੀ ਪਿਆਰ ਕਰਨ ਲੱਗ ਜਾਂਦੇ ਹੋ, ਔਰ ਕਈ ਵਾਰੀ ਉਹਨੂੰ ਹੀ ਡਿਫੈਂਡ ਕਰਨ ਲੱਗ ਜਾਂਦੇ ਹੋ। ਇਹ 1973 'ਚ ਸਾਈਕੋਲੋਜੀਕਲ ਇਹ ਮਾਨਸਿਕ ਬਿਮਾਰੀ ਹੈ, ਇਹਨੂੰ ਸਟਾਕਹੋਮ ਸਿੰਡਰੋਮ ਕਹਿੰਦੇ ਨੇ। ਔਰ ਉਹਨਾਂ ਨੇ ਕਿਹਾ ਵੀ ਅੱਜ ਜਿਹੜੇ ਬਹੁਤ ਸਾਰੇ ਸਿੱਖ ਨੇ ਇਸ ਕਿਸਮ ਦੇ, ਉਹਨਾਂ ਦੇ ਵਿੱਚ ਸਟਾਕਹੋਮ ਸਿੰਡਰੋਮ ਡਿਵੈਲਪ ਹੋਇਆ ਹੈ। Today's Sikhs are so brainwashed and mentally enslaved that they have developed Stockholm syndrome towards Hindus and Indian state. They think even talking about 1984 might provoke someone or is useless, or they claim only ISI funded Khalistanis talk of 1984, or by some excuse of Indian media that 1984 is a non-issue or 1984 is the only an election issue, denying this reality that 1984 lives on with each Sikh irrespective of his or her regional or political affiliation. ਇਹ ਉਹਨਾਂ ਨੇ ਕਿਹਾ ਜੀ ਇਹ ਜਿਹੜੇ ਸਟਾਕਹੋਮ ਸਿੰਡਰਮ ਵਰਗੇ ਦਾ ਸ਼ਿਕਾਰ ਸਿੱਖ ਨੇ, ਇਹ ਸਮਝਦੇ ਨੇ ਕਿ ਵੀ ਅੱਜ ਗੱਲ ਕਰਨੀ ਇਹਦੀ ਫਜ਼ੂਲ ਹੈ, ਔਰ ਜਾਂ ਉਹ ਕਹਿੰਦੇ ਜੀ ਐਵੇਂ ISI ਨੇ ਜਿਨ੍ਹਾਂ ਨੂੰ ਕੋਈ ਖਾਲਿਸਤਾਨੀਆਂ ਨੂੰ ਪੈਸੇ ਦਿੱਤੇ ਹੋਏ ਨੇ ਉਹ 84 ਦੀ ਗੱਲ ਕਰਦੇ ਨੇ, ਜਾਂ ਇੰਡੀਅਨ ਮੀਡੀਆ ਜਿਵੇਂ ਪ੍ਰਚਾਰ ਕਰਦਾ ਉਹਨਾਂ ਦੀ ਕਹਾਣੀ 'ਚ ਯਕੀਨ ਕਰਦੇ ਨੇ ਜੀ ਇਹ ਤਾਂ ਇਲੈਕਸ਼ਨ ਇਸ਼ੂ ਹੈ। ਲੇਕਿਨ ਇਹ ਗੱਲ ਯਾਦ ਰੱਖਣ ਇਸ ਕਿਸਮ ਦੇ ਗੁਲਾਮ ਜ਼ਹਿਨੀਅਤ ਦੇ ਸਿੱਖ ਕਿ 1984 ਹਰ ਸਿੱਖ ਦੇ ਅੰਦਰ ਹਮੇਸ਼ਾ ਜਿਉਂਦਾ ਰਹੇਗਾ, ਭਾਵੇਂ ਉਸ ਦਾ ਖਿੱਤਾ ਕੀ ਹੈ ਜਾਂ ਉਸ ਦੀ ਸਿਆਸੀ ਜਿਹੜੀ ਹੈ ਉਹ ਸਾਂਝ ਕਿਤੇ। ਸੱਚ ਸਿੱਖਸ ਬੈਟਰ stop wearing turban, better cut their hair instead, and must not call themselves ਸ਼ੇਰਾਂ ਦੀ ਕੌਮ। ਉਹ ਆਪਣੇ ਇੱਦਾਂ ਦੇ ਸਿੱਖ ਪੱਗ ਲਾ ਦੇਣ, ਸਿਰ ਮਨਾ ਲੈਣ ਤੇ ਆਪਣੇ ਆਪ ਨੂੰ ਸ਼ੇਰਾਂ ਦੀ ਕੌਮ ਨਾ ਕਹਿਣ। even if they are ਸ਼ੇਰ, they are those ਸ਼ੇਰ that roar from cages or roar while dancing to lion tamers hunter in circus। ਇਹ ਸਰਕਸ ਦੇ ਸ਼ੇਰ ਨੇ, ਅਸਲੀ ਸ਼ੇਰ ਵਾਲੀ ਔਕਾਤ ਨਹੀਂ ਰਹੀ ਇਹਨਾਂ ਦੀ। why don't Sikhs wake up and open their eyes, ask themselves hard questions? ਕਿਉਂ ਨਹੀਂ ਆਪਣੇ ਆਪ ਨੂੰ ਸਿੱਖ ਜਿਹੜੇ ਇਸ ਕਿਸਮ ਦੇ ਸਖਤ ਸਵਾਲ ਪੁੱਛਦੇ? you do not want to be ਖਾਲਿਸਤਾਨੀ, fine, but at least face your recent history, your past and introspect। ਨਹੀਂ ਖਾਲਿਸਤਾਨੀ ਬਣਨਾ ਨਾ ਸਹੀ, ਪਰ ਘੱਟੋ ਘੱਟ ਆਪਣਾ ਇਤਿਹਾਸ, ਆਪਣਾ ਅਸਲੀਅਤ ਦੇਖੋ। far better than Sikhs are Muslims who had guts to come out in thousands in protest against semi-fake encounter in Bhopal, and even their universities like Jamia and Aligarh Muslim University came out in support of victims. They didn't bother being labelled anti-national by Hindutva government, whereas if something happens to Sikhs, majority of Sikhs barely come out, only few comment, those are also labelled radical or killed, and our silent majority still remain silent। ਉਹਨਾਂ ਨੇ ਮੁਸਲਮਾਨਾਂ ਦੀ ਤਾਰੀਫ ਕੀਤੀ ਕਿ ਉਹਨਾਂ ਦੀਆਂ ਯੂਨੀਵਰਸਿਟੀਆਂ ਔਰ ਉਹ ਬਾਹਰ ਨਿਕਲਦੇ ਨੇ। when will Sikhs wake up and become ਗੁਰੂ ਦਾ ਸਿੱਖ? ਕਦੋਂ ਗੁਰੂ ਦੇ ਸਿੱਖ ਬਣਨਗੇ? why Sikhs do not assert themselves even within ambit of law the way Muslims, Rehai March and Muslim universities like AMU do? ਉਹ ਕਾਨੂੰਨ ਦੇ ਦਾਇਰੇ 'ਚ ਰਹਿੰਦੇ ਆ ਵੀ ਆਪਣੀ ਆਵਾਜ਼ ਕਿਉਂ ਨਹੀਂ ਉਠਾਉਂਦੇ? only Bollywoodized tamed lions with fake sing is king pride left now। ਬਾਲੀਵੁੱਡ ਦੇ ਜਿਹੜੇ ਸਿੰਘ ਇਸ ਕਿੰਗ ਵਰਗੇ ਹੀ ਬੱਚੇ ਨੇ who hardly use their brains, ਉਹ ਆਪਣਾ ਦਿਮਾਗ ਇਸਤੇਮਾਲ ਨਹੀਂ ਕਰਦੇ, and are believing and are busy believing lies of ਹਿੰਦੂਆਂ ਦੇ ਝੂਠ ਤੇ ਇਤਬਾਰ ਕਰਦੇ ਨੇ। do not think of themselves and blindly believe media ਤੇ ਇਤਬਾਰ ਕਰਦੇ ਨੇ। ਲਾਨਤ ਹੈ, ਆਪਸ 'ਚ ਲੜੀ ਚੱਲੋ ਬਸ, ਜਾਂ ਪੱਗ ਵਾਲੇ ਕੇਸਾਤਾਰੀ ਹਿੰਦੂ ਬਣ ਕੇ ਬੈਠੇ ਰਹੋ। ਅਮਨਜੋਤ ਕੌਰ। ਸੋ ਅਸੀਂ ਇਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜੀ, ਇਸ ਅੱਖਾਂ ਖੋਲਣ ਵਾਲੀ, ਕੰਨ ਖੋਲਣ ਵਾਲੀ ਜੀ ਬਿਲਕੁਲ ਔਰ ਦਿਲ ਨੂੰ ਝਟਕਾ ਦੇਣ ਵਾਲੀ ਉਹਨਾਂ ਦੀ ਲਿਖਤ। ਜੀ ਡਾਕਟਰ ਸਾਹਿਬ ਬਿਲਕੁਲ। ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਜਿਵੇਂ ਅਸੀਂ ਆਪਣੇ ਦਰਸ਼ਕਾਂ ਨਾਲ ਇਹ ਸਾਂਝ ਪਾਈ ਸੀ ਕਿ ਬਾਬਾ ਫਰੀਦ ਜੀ ਦੀ ਬਾਣੀ ਨੂੰ ਸਾਡੇ ਪਾਕਿਸਤਾਨੀ ਵੀਰਾਂ ਭੈਣਾਂ ਨੇ ਸਾਨੂੰ ਕਿਹਾ ਸੀ ਕਿ ਵੀ ਉਹਨਾਂ ਦਾ ਕਲਾਮ ਸਾਂਝਾ ਕੀਤਾ ਜਾਏ। ਅਸੀਂ 4 ਸ਼ਬਦ ਜਿਹੜੇ ਉਹਨਾਂ ਦੇ ਡਿਫਰੈਂਟ ਰਾਗਾਂ 'ਚ ਸਨ ਉਹਨਾਂ ਦੀ ਵਿਚਾਰ ਕਰ ਚੁੱਕੇ ਹਾਂ। ਔਰ ਹੁਣ ਅਸੀਂ ਬਾਬਾ ਫਰੀਦ ਜੀ ਦੇ ਸ਼ਲੋਕ, ਜਿਹੜੇ ਬਾਬਾ ਫਰੀਦ ਜੀ ਦੇ ਸ਼ਲੋਕਾਂ ਥੱਲੇ ਹੈਡਿੰਗ ਹੈ ਉਹਦੇ 'ਚ ਕੁੱਲ ਵੈਸੇ 130 ਸ਼ਲੋਕ ਨੇ, ਪਰ 112 ਸ਼ਲੋਕ ਹੀ ਬਾਬਾ ਫਰੀਦ ਜੀ ਦੇ ਨੇ। ਗੁਰੂ ਨਾਨਕ ਸਾਹਿਬ ਦੇ 4 ਨੇ, ਗੁਰੂ ਅਮਰਦਾਸ ਜੀ ਦੇ 5 ਨੇ, ਗੁਰੂ ਰਾਮਦਾਸ ਜੀ ਦਾ 1 ਤੇ ਗੁਰੂ ਅਰਜਨ ਸਾਹਿਬ ਦੇ 8 ਸ਼ਲੋਕ ਉਸ ਥਾਟ ਨਾਲ ਮਿਲਦੇ ਵੀ ਉਸ ਕੈਟਾਗਰੀ 'ਚ ਨੇ। ਤੇ ਪਹਿਲਾ ਸ਼ਲੋਕ ਸ਼ੇਖ ਫਰੀਦ ਜੀ ਕੇ, ਗੁਰੂ ਸਾਹਿਬ ਨੇ ਉਹਨਾਂ ਦੇ ਨਾਲ ਸ਼ੇਖ ਵੀ ਔਰ ਜੀ ਵੀ ਲਿਖਿਆ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਔਰ ਇਹ ਪਹਿਲਾ ਸ਼ਲੋਕ ਹੈ, ਜਿਤ ਦਿਹਾੜੈ ਧਨਵਰੀ ਸਾਹੇ ਲੈ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੋਹ ਦਿਖਾਲੇ ਆਏ, ਜਿੰਦ ਨਿਮਾਣੀ ਕੱਢੀਐ ਹੱਡਾਂ ਕੂ ਕੜਕਾਏ, ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ, ਜਿੰਦ ਵੋਟੀ ਮਰਨ ਵਰ ਲੈ ਜਾਸੀ ਪਰਣਾਏ, ਆਪਣ ਹੱਥੀਂ ਜੋਲ ਕਹਿ ਗੱਲ ਲੱਗੈ ਧਾਏ,
ਵਾਲੋਂ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ ਫਰੀਦਾ ਕਿੜੀ ਪਵੰਦੀ ਖੜਾ ਨਾ ਆਪ ਮੁਹਾਏ। ਜੀ ਇਸ 'ਚ ਬਾਬਾ ਫਰੀਦ ਜੀ ਨੇ ਕਿ ਕਿਵੇਂ ਮੌਤ ਔਰ ਮੌਤ ਦਾ ਦੇਵਤਾ ਜਿਵੇਂ ਮਲਕੁਲ ਮੌਤ ਸਾਨੂੰ ਹਮੇਸ਼ਾ ਦਸਤਕ ਦਿੰਦਾ ਹੈ, ਔਰ ਇਸ ਦੇ ਲਈ ਉਹਨਾਂ ਨੇ ਅਲੰਕਾਰ ਵਿਆਹ ਦਾ ਇਸਤੇਮਾਲ ਕੀਤਾ ਹੈ ਕਿ ਜਿਵੇਂ ਵਿਆਹ ਦੇ ਵੇਲੇ ਪਹਿਲਾਂ ਸਾਹਾ ਲਿਖਿਆ ਜਾਂਦਾ ਹੈ, ਫਿਰ ਵਹੁਟੀ ਵਿਆਹਣ ਦੇ ਲਈ ਵਰ ਹੁੰਦਾ ਹੈ। ਸੋ ਗੁਰੂ ਸਾਹਿਬ ਉਹਨਾਂ ਨੇ ਬਾਬਾ ਫਰੀਦ ਜੀ ਨੇ ਯਾਦ ਕਰਾਇਆ ਕਿ ਭਾਈ ਇਹ ਤਾਂ ਜਦੋਂ ਹੀ ਇਹ ਜਨਮ ਹੁੰਦਾ ਹੈ ਉਹਦੇ ਨਾਲ ਹੀ ਜਿਹੜੀ ਹੈ ਇਹ ਮੌਤ ਜਿਹੜੀ ਹੈ ਮੌਤ ਦੀ ਵਹੁਟੀ ਔਰ ਨੀਅਤ ਸਮੇਂ ਦੇ ਉੱਤੇ ਸਾਹੇ ਲੈ ਲਿਖਾਏ, ਔਰ ਇਹ ਜਦੋਂ ਉਹ ਠੀਕ ਟਾਈਮ ਆ ਜਾਂਦਾ ਹੈ ਮਲਕੁਲ ਮੌਤ ਆ ਕੇ ਮੂੰਹ ਦਿਖਾ ਲਿਆ ਆ ਕੇ ਆਪਣਾ ਮੂੰਹ ਦਿਖਾ ਦਿੰਦਾ ਹੈ, ਤੇ ਫਿਰ ਜਿਹੜੇ ਸਰੀਰ ਚੋਂ ਬਿਮਾਰੀਆਂ ਦੇ ਨਾਲ ਰੋਗਾਂ ਨਾਲ ਹੱਡਾਂ ਕੂਕੜਕਾਏ ਰੋਗਾਂ ਦੇ ਨਾਲ ਨਿਤਾਣਾ ਸਰੀਰ ਉਸ ਚੋਂ ਜਿੰਦ ਨਿਕਲਦੀ ਹੈ। ਔਰ ਇਹਦੇ 'ਚ ਇਹ ਜਿਹੜੀ ਲਿਖੀ ਹੈ ਮੌਤ ਇਹ ਟਲ ਨਹੀਂ ਸਕਦੀ, ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ। ਇਹ ਆਪਣੀ ਜਿੰਦ ਨੂੰ ਆਪਣੇ ਆਪ ਨੂੰ ਸਮਝਾ ਲੈ ਕਿ ਅਲਟੀਮੇਟ ਮੌਤ ਰਿਐਲਿਟੀ ਹੈ, ਤੇ ਜਿੰਦ ਵਹੁਟੀ ਇਹ ਜਿਹੜੀ ਮੌਤ ਹੈ ਇਹ ਤੁਹਾਡੀ ਜ਼ਿੰਦਗੀ ਇਹ ਮੌਤ ਵਹੁਟੀ ਹੈ ਮਰਨ ਵਾਰ, ਤੇ ਜਿਹੜਾ ਲਾੜਾ ਹੈ ਇਹ ਮੌਤ ਦਾ ਲਾੜਾ ਆ ਕੇ ਜ਼ਿੰਦਗੀ ਦੀ ਵਹੁਟੀ ਨੂੰ ਲੈ ਜਾਸੀ ਪਰਨਾਏ ਵਿਆਹ ਕੇ ਲੈ ਜਾਏਗਾ। ਔਰ ਜਦੋਂ ਤੁਸੀਂ ਲੈ ਜਾਂਦੇ ਹੋ ਕੋਈ ਦਫਨਾ ਦਿੰਦਾ ਹੈ ਕੋਈ ਉਹਨੂੰ ਸਾੜਦਾ ਹੈ, ਤੇ ਫਿਰ ਆਪਣ ਹੱਥੀਂ ਜੋਲ ਕੇ ਅਸੀਂ ਆਪ ਹੀ ਉਹਨਾਂ ਨੂੰ ਕ੍ਰੀਮੇਟ ਕਰਦੇ ਹਾਂ ਜਾਂ ਬਰੀਅਲ ਕਰਦੇ ਹਾਂ। ਕਹਿ ਗੱਲ ਲੱਗਿਆ ਤਾਂ ਹੁਣ ਅਸੀਂ ਦੌੜ ਕੇ ਕਿਹਦੇ ਗਲ ਲੱਗੀਏ, ਔਰ ਫਿਰ ਇਹ ਗੱਲ ਸਮਝਾਈ ਵਾਲੋਂ ਨਿੱਕੀ ਪੁਰਸਲਾਤ। ਇਹ ਇੱਕ ਬਿਲੀਫ ਹੈ ਕਿ ਅੱਗੇ ਮਰਨ ਤੋਂ ਬਾਅਦ ਇੱਕ ਪੁਲ ਸਿਰਾਤ ਬਹੁਤ ਪਤਲਾ ਪੁਲ ਤੋਂ ਗੁਜ਼ਰਨਾ ਪੈਂਦਾ ਹੈ ਜਿਹੜਾ ਵਾਲਾਂ ਤੋਂ ਨਿੱਕਾ ਹੈ। ਲੇਕਿਨ ਉਹਨਾਂ ਨੇ ਕਿਹਾ ਕਿ ਭਾਈ ਕੰਨ ਦੇ ਵਿੱਚ ਆਵਾਜ਼ਾਂ ਪੈ ਰਹੀਆਂ ਨੇ ਤੁਰੇ ਜਾ ਰਹੇ ਨੇ ਸਾਰੇ, ਪਰ ਅਸੀਂ ਫਿਰ ਵੀ ਇਹ ਮੰਨਣ ਨੂੰ ਤਿਆਰ ਨਹੀਂ ਫਰੀਦਾ ਕਿੜੀ ਪਵੰਦੀ। ਬਾਬਾ ਫਰੀਦ ਕਹਿੰਦੇ ਨੇ ਮੌਤ ਆਵਾਜ਼ਾਂ ਦੇ ਰਹੀ ਹੈ ਕਿ ਖੜਾ ਨਾ ਆਪ ਮੁਹਾਏ, ਕਿ ਭਾਈ ਤੂੰ ਠੱਗਿਆ ਨਾ ਜਾ। ਅਲਟੀਮੇਟਲੀ ਜਿਹੜੀ ਹੈ ਉਹ ਜਿੰਦ ਵਹੁਟੀ ਹੈ ਤੇ ਮਰਨ ਵਾਰ ਜਿਹੜਾ ਮੌਤ ਹੈ ਉਹਨੇ ਲਾੜਾ ਬਣ ਕੇ ਆਉਣਾ ਲੈ ਜਾਣਾ, ਪਰ ਅਸੀਂ ਜਿਹੜਾ ਇਹਨੂੰ ਫਿਰ ਵੀ ਮੰਨਣ ਨੂੰ ਤਿਆਰ ਨਹੀਂ ਹੈ ਕਿਉਂਕਿ ਜਿੰਦ ਨਮਾਣੀ ਕੱਢੀ ਹੈ ਹੱਡਾਂ, ਕਿਉਂਕਿ ਅਲਟੀਮੇਟ ਇਹ ਟਰੂਥ ਹੈ। ਸੋ ਇਹ ਅੱਜ ਅਸੀਂ ਸ਼ਲੋਕ ਬਾਬਾ ਫਰੀਦ ਜੀ ਦੇ ਪਹਿਲੇ ਤੋਂ ਇਸ ਵਿਚਾਰ ਨੂੰ ਸ਼ੁਰੂ ਕੀਤਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।